सतनाम श्री वाहिगुरु साहिब जी। तनासरी महला पहला। घर पहला चौपदे। एक ओंकार सतनाम करता पुरख निरभाऊ निर्वैर। अकाल मूरत अजूनी सैभं गुर प्रसाद। जियो डरत है अपना कैस्यो करी पुकार। दुख विसारण सेविया सदा सदा दातार। जियो डरत है अपना कैस्यो करी पुकार। दुख विसारण सेविया सदा सदा दातार। साहिब मेरा नीत नवा सदा सदा दातार। रहाओ अन दिन साहिब सेवियै अंत छड़ाए सोए। सुन सुन मेरी कामणी पार उतारा होए। दयाल तेरा नाम तरा सद कुर्बान जाओ। रहाओ सर्वं साचा एक है दूजा नाही कोई। ताकी सेवा सो करे जाको नदर करे। तुद बाज प्यारे केवरहा सावड़ियाई देह। जित नाम तेरे लाग रहा दूजा नाही कोई। जिस आगे प्यारे जाए कहा रहाओ। सेवी साहिब अपना अवर ना जांचो कोई। नानक ताका दास है बिंद बिंद चोख चोख होए। साहिब तेरे नाम विटो बिंद बिंद चोख चोख होए।
ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ ਹੋਏ ਰਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਧੰਤਾ ਦੇ ਯੋਗ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ ਘਰਾਂ ਦੇ ਅੰਦਰ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ, ਜਗਤ ਜਲੰਦੇ ਦੇ ਰੱਖਿਅਕ, ਗਿਆਨ ਦੇ ਮਹਾਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ, ਇਸ ਪਾਵਨ ਸ਼ਬਦ ਦੇ ਅੰਦਰ 4 ਰਹਾਉ ਆਏ ਹਨ ਔਰ ਜਗਿਆਸੂ ਵੱਲੋਂ ਬੇਨਤੀਆਂ ਕੀਤੀਆਂ ਗਈਆਂ। ਜਿਵੇਂ ਪਹਿਲੇ ਪਦ ਅੰਦਰ ਜਗਿਆਸੂ ਨੇ ਬੇਨਤੀ ਕੀਤੀ, ਮਹਾਰਾਜ ਸੰਸਾਰ ਦੁੱਖਾਂ ਦਾ ਘਰ ਹੈ ਔਰ ਸੰਸਾਰ ਦੇ ਦੁੱਖਾਂ ਨੂੰ ਵੇਖ ਕਰਕੇ ਮੇਰਾ ਮਨ ਡਰਦਾ ਹੈ। ਬਾਬਾ ਫਰੀਦ ਜੀ ਨੇ ਵੀ ਸਲੋਕਾਂ ਦੇ ਵਿੱਚ ਜ਼ਿਕਰ ਕੀਤਾ ਹੈ, ਬਾਬਾ ਸਾਹਿਬ ਜੀ ਕਹਿੰਦੇ ਨੇ, ਫਰੀਦਾ ਜੇ ਦੇਹ ਨਾਲਾ ਕੱਪਿਆ, ਜੇ ਗਲ ਕੱਪ ਹੈ ਚੁੱਖ, ਪਵਨ ਨਾ ਇਤੀ ਮਾਮਲੇ, ਸਾਹਾ ਨਾ ਇਤੀ ਦੁੱਖ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਸੰਸਾਰ ਦੁੱਖਾਂ ਦਾ ਘਰ ਹੈ। ਐ ਦਾਈ ਜਿਸ ਵਸਤੂ ਦੇ ਨਾਲ ਤੂੰ ਮੇਰਾ ਨਾੜੂ ਕੱਟਿਆ, ਜੇ ਕਿਤੇ ਤੂੰ ਮੇਰੀ ਸ਼ਾਹ ਰਗ ਕੱਟ ਦੇਨੀਓ, ਮੈਨੂੰ ਇਹ ਸੰਸਾਰ ਦੇ ਮਾਮਲੇ ਨਾ ਪੈਂਦੇ, ਮੈਂ ਇਸ ਸੰਸਾਰ ਦੇ ਦੁੱਖ ਨਾ ਸਹਾਰਦਾ। ਔਰ 2 ਪੱਖ ਸਤਿਗੁਰਾਂ ਨੇ ਗੁਰਬਾਣੀ ਵਿੱਚ ਰੱਖੇ ਨੇ। ਇੱਕ ਤਾਂ ਇਹ ਸੰਸਾਰ
ਦੁੱਖਾਂ ਦਾ ਘਰ ਹੈ। ਦੁੱਖਾਂ ਦਾ ਘਰ ਉਹਨਾਂ ਵਾਸਤੇ ਹੈ ਜਿਹੜੇ ਸੁਖਾਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰੀ ਬੈਠੇ ਨੇ। ਔਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਦਾ ਹੀ ਯਾਦ ਰੱਖਦੇ ਨੇ, ਸਾਧ ਸੰਗਤ ਜੀ, ਉਹਨਾਂ ਵਾਸਤੇ ਤਾਂ ਇਹ ਸੁਖਾਂ ਦਾ ਘਰ ਹੈ। ਹਜ਼ੂਰ ਨੇ ਜ਼ਿਕਰ ਕੀਤਾ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਹ ਜਗਤ, ਇਹ ਸੰਸਾਰ ਅਥਵਾ ਜੀਵਾਂ ਦੇ ਸਰੀਰ, ਇਹ ਉਸ ਸੱਚੇ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਕੋਠੀ ਹੈ। ਇਸ ਜਗਤ ਅੰਦਰ, ਇਸ ਸੰਸਾਰ ਅੰਦਰ ਜੀਵਾਂ ਦੇ ਹਿਰਦਿਆਂ ਵਿੱਚ ਉਸ ਪਰਮੇਸ਼ਰ ਦਾ ਨਿਵਾਸ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਜਗਿਆਸੂ ਬੇਨਤੀ ਕਰਦਾ ਹੈ, ਮਹਾਰਾਜ ਸੰਸਾਰ ਦੇ ਅੰਦਰ ਕਈ ਪ੍ਰਕਾਰ ਦੇ ਡਰ ਮੰਨੇ ਨੇ। ਜਿਵੇਂ 7 ਪ੍ਰਕਾਰ ਦਾ ਭੈ ਮੰਨਿਆ ਹੈ, ਅੱਗ ਦਾ ਭੈ, ਪਾਣੀ ਦਾ ਭੈ, ਰਾਜੇ ਦਾ ਭੈ, ਚੋਰ ਦਾ ਭੈ, ਸੱਪ ਦਾ ਭੈ। ਇਸ ਤਰੀਕੇ ਦੇ ਨਾਲ 7 ਪ੍ਰਕਾਰ ਦਾ ਇਹ ਭੈ, ਡਰ ਜਿਹੜਾ ਹੈ, ਇਹ ਸੰਸਾਰ ਦੇ ਵਿੱਚ ਬਣਿਆ ਰਹਿੰਦਾ ਹੈ। ਸਾਧ ਸੰਗਤ ਜੀ, ਜਿਵੇਂ ਸਮੁੰਦਰ ਦੇ ਵਿੱਚ ਬੰਦਾ ਤੈਰ ਰਿਹਾ ਹੈ, ਉਹਨੂੰ ਡਰ ਬਣਿਆ ਰਹਿੰਦਾ ਵੀ ਮੈਂ ਕਿਤੇ ਡੁੱਬ ਨਾ ਜਾਵਾਂ। ਇਸੇ ਤਰ੍ਹਾਂ ਸੰਸਾਰ ਸਮੁੰਦਰ ਦੇ ਵਿੱਚ ਵੀ ਜੀਵ ਨੂੰ ਸਦਾ ਹੀ ਭੈ ਬਣਿਆ ਰਹਿੰਦਾ ਹੈ ਕਿ ਮੈਂ ਕਿਤੇ ਸੰਸਾਰ ਸਮੁੰਦਰ ਵਿੱਚ ਡੁੱਬ ਨਾ ਜਾਵਾਂ। ਪਰ ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ, ਐ ਜਗਿਆਸੂ, ਇਸ ਦੁੱਖਾਂ ਦੇ ਘਰ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਜਹਾਜ਼ ਹੈ। ਤੂੰ ਨਾਮ ਰੂਪੀ ਜਹਾਜ਼ ਤੇ ਅਸਵਾਰ ਹੋ ਤੇ ਸੁਖੈਨ ਹੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂਗਾ। ਇਸ ਪਾਵਨ ਸ਼ਬਦ ਦੀਆਂ 2 ਉਦਾਹਰਨਾਂ ਵਿਦਵਾਨਾਂ ਨੇ ਦਿੱਤੀਆਂ ਨੇ। ਚੂੜਾਮਣ ਕਵੀ ਭਾਈ ਸੰਤੋਖ ਸਿੰਘ ਜੀ ਨੇ ਇਸ ਪਾਵਨ ਸ਼ਬਦ ਦੇ ਬਾਰੇ ਜ਼ਿਕਰ ਕੀਤਾ ਹੈ ਕਿ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਆਪਣੀ ਧਰਮ ਸੁਪਤਨੀ ਸਾਡੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਦੇ ਪਰਥਾਏ ਉਚਾਰਨ ਕੀਤਾ ਹੈ। ਔਰ ਦੂਸਰਾ ਵਿਦਵਾਨਾਂ ਦੀ ਵਿਚਾਰ ਹੈ ਕਿ ਇਹਦੇ ਸ਼ਬਦ ਦੇ ਅੰਦਰ ਜਗਿਆਸੂ ਨੇ ਸਵਾਲ ਕੀਤੇ ਨੇ ਤੇ ਸਤਿਗੁਰਾਂ ਨੇ ਉਹਨਾਂ ਦੇ ਉੱਤਰ ਬਖਸ਼ਿਸ਼ ਕੀਤੇ ਨੇ। ਤੋ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇੱਕ ਨਾਲ
ਜੁੜਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਆਏ ਸ੍ਰੀ ਮੁਖ ਵਾਕ ਦੀ ਵਿਚਾਰ ਸਾਂਝੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੀ। ਸਾਧ ਸੰਗਤ ਜੀ, ਰਾਗ ਦੀ ਆਰੰਭਤਾ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਰਾਗ ਧਨਾਸਰੀ ਦਾ ਆਰੰਭ ਕੀਤਾ ਹੈ ਔਰ ਰਾਗਮਾਲਾ ਅਨੁਸਾਰ ਧਨਾਸਰੀ ਨੂੰ ਰਾਗਣੀ ਵੀ ਵਿਦਵਾਨ ਉਚਾਰਨ ਕਰਦੇ ਨੇ ਔਰ ਧਨਾਸਰੀ ਦੇ ਗਾਇਨ ਕਰਨ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ। ਦਿਨ ਦੇ ਤੀਜੇ ਪਹਿਰ ਧਨਾਸਰੀ ਦਾ ਗਾਇਨ ਕੀਤਾ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਵੀ ਜ਼ਿਕਰ ਕੀਤਾ, ਧਨਾਸਰੀ ਧਨਵੰਤੀ ਜਾਣੀਏ ਭਾਈ। ਧਨਾਸਰੀ ਇਹ ਧਨਵੰਤੀ ਹੈ, ਧਨ ਵਾਲੀ ਹੈ। ਔਰ ਸਾਧ ਸੰਗਤ ਜੀ, ਧਨਾਸਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ। ਪਹਿਲੇ ਘਰ ਸੁਰ ਤਾਲ ਵਿੱਚ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਦੇ ਗਾਇਨ ਕਰਨ ਦੀ ਹਦਾਇਤ ਕੀਤੀ ਹੈ ਔਰ ਇਸ ਪਾਵਨ ਸ਼ਬਦ ਦੇ 4 ਪਦ ਹਨ, 4 ਬੰਦ ਹਨ। ਇੱਕ ਓੰਕਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਮਾਤਮਾ ਇੱਕ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਤਿਗੁਰੂ ਜੀ ਕਹਿੰਦੇ ਮੇਰਾ ਮਾਲਕ ਇੱਕ ਹੈ। ਭਾਵੇਂ ਅਸੀਂ ਉਸ ਮਾਲਕ ਦੇ ਨਾਮ ਵੱਖਰੇ ਵੱਖਰੇ ਰੱਖ ਲਏ, ਪਰ ਹੈ ਉਹ ਇੱਕ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਨੂੰ ਇੱਕ ਨਾਲ ਜੁੜਨਾ ਚਾਹੀਦਾ ਹੈ। ਜਿਹੜੇ ਇੱਕ ਨੂੰ ਛੱਡ ਕਰਕੇ ਹੋਰ ਦੂਜਿਆਂ ਦੇ ਪਿੱਛੇ ਭਰਮਦੇ ਫਿਰਦੇ ਨੇ, ਹਜੂਰ ਨੇ ਜ਼ਿਕਰ ਕੀਤਾ ਉਹਨਾਂ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਏਕ ਛੋੜ ਦੂਜੇ ਲੱਗੇ, ਡੁੱਬੇ ਸੇ ਵਣਜਾਰਿਆ। ਜਿਹੜੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ, ਇੱਕ ਦਾ ਓਟ ਆਸਰਾ ਛੱਡ ਕੇ ਬਹੁਤਿਆਂ ਦੇ ਪਿੱਛੇ ਭਰਮਣ ਕਰਦੇ ਨੇ, ਸਾਧ ਸੰਗਤ ਜੀ, ਉਹ ਡੁੱਬ ਜਾਂਦੇ ਨੇ, ਉਹ ਵਿਕਾਰਾਂ ਵਿੱਚ ਗਰਕ ਹੋ ਜਾਂਦੇ ਨੇ, ਮਾਇਆ ਦੇ ਮੋਹ ਵਿੱਚ ਗਰਕ ਹੋ ਜਾਂਦੇ ਨੇ, ਉਹਨਾਂ ਦਾ ਪਾਰ ਉਤਾਰਾ ਨਹੀਂ ਹੁੰਦਾ। ਜਿਵੇਂ ਕੋਈ ਬਾਦਸ਼ਾਹ ਨੂੰ ਛੱਡ ਕੇ ਤੇ ਚੌਂਕੀਦਾਰ ਦੇ ਨਾਲ ਜੁੜ ਜਾਵੇ, ਬਾਦਸ਼ਾਹ ਦਾ ਬੇਟਾ ਹੋਵੇ ਤੇ ਉਹ ਚੌਂਕੀਦਾਰ ਦੇ ਕੋਲੋਂ ਜਾ ਕੇ ਮੰਗੇ ਤੇ ਉਹਦੀ ਕਿੱਡੀ ਕੁ ਸੋਭਾ ਹੋਵੇਗੀ। ਲੋਕ ਉਹਨੂੰ ਮੂਰਖ ਕਹਿਣਗੇ,
ਵੀ ਇਹ ਬਾਦਸ਼ਾਹ ਦਾ ਬੇਟਾ ਹੈ ਤੇ ਇੱਕ ਚੌਂਕੀਦਾਰ ਦੇ ਕੋਲੋਂ ਮੰਗਦਾ ਫਿਰਦਾ ਹੈ। ਸਾਧ ਸੰਗਤ ਜੀ, ਪਰਮਾਤਮਾ ਪਾਤਸ਼ਾਹ ਹੈ। ਆਪਾਂ ਸਾਰੇ ਉਸ ਪਰਮਾਤਮਾ ਦੇ ਪੁੱਤਰ ਧੀਆਂ ਹਾਂ ਤੇ ਜੇ ਆਪਾਂ ਉਸ ਪਾਤਸ਼ਾਹ ਵਾਹਿਗੁਰੂ ਨੂੰ ਛੱਡ ਕੇ ਦੇਵੀ ਦੇਵਤਿਆਂ, ਪੀਰਾਂ, ਫਕੀਰਾਂ, ਮੜੀਆਂ, ਮੱਠਾਂ ਤੇ ਜਾ ਕੇ ਮੰਗਦੇ ਫਿਰੀਏ ਤੇ ਕਿੱਡੀ ਸੋਭਾ ਹੋਵੇਗੀ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਜੇ ਘਰ ਹੁੰਦਾ ਮੰਗਣ ਜਾਈਐ ਫਿਰ ਉਲਾਮਾ ਮਿਲੈ ਤਾਹੀਂ। ਜੇ ਘਰ ਵਿੱਚ ਹੁੰਦਿਆਂ ਸੁੰਦਿਆਂ ਵੀ ਬਾਹਰੋਂ ਮੰਗਣ ਤੁਰ ਪਈਏ ਤੇ ਸਾਧ ਸੰਗਤ ਜੀ ਫਿਰ ਉਲਾਮੇ ਮਿਲਦੇ ਨੇ। ਇਸੇ ਤਰ੍ਹਾਂ ਜੇ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਨੂੰ ਛੱਡ ਕੇ ਹੋਰਨਾਂ ਦੇ ਦਰਾਂ ਤੇ ਜਾ ਕੇ ਮੱਥੇ ਰਗੜਦੇ ਫਿਰਦੇ ਹਾਂ ਤੇ ਫਿਰ ਸਾਨੂੰ ਉੱਥੋਂ ਕੀ ਪ੍ਰਾਪਤ ਹੋਵੇਗਾ। ਸਤਿਗੁਰੂ ਪਾਤਸ਼ਾਹ ਜੀ ਨੇ ਤੇ ਜ਼ਿਕਰ ਕੀਤਾ ਕਿ ਭਾਈ ਗੁਰਬਾਣੀ ਦਾ ਪੱਲਾ ਪਕੜੋ, ਗੁਰਬਾਣੀ ਦੇ ਲੜ ਲੱਗੋ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਵਿੱਚੋਂ ਤੁਹਾਨੂੰ ਸਭ ਕੁਝ ਪ੍ਰਾਪਤ ਹੋਵੇਗਾ। ਪਰ ਕਈ ਵਾਰ ਅਸੀਂ ਗੁਰਬਾਣੀ ਪੜ੍ਹਦੇ ਹਾਂ, ਅੱਖਾਂ ਮੀਟ ਕੇ ਅੱਗੇ ਲੰਘ ਜਾਂਦੇ ਹਾਂ, ਉਹਦੇ ਤੇ ਵਿਚਾਰ ਨਹੀਂ ਕਰਦੇ, ਅਸੀਂ ਅਮਲ ਨਹੀਂ ਕਰਦੇ। ਹਜ਼ੂਰ ਕਹਿੰਦੇ ਨੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਹੈ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਉਸ ਮਾਲਕ ਦੇ ਘਰ ਵਿੱਚ ਕੀ ਨਹੀਂ। ਪਰ ਸਾਧ ਸੰਗਤ ਜੀ, ਅਸੀਂ ਉਸ ਮਾਲਕ ਨੇ ਦਰ ਨੂੰ ਛੱਡ ਕੇ ਦਰ ਦਰ ਦੀਆਂ ਠੋਕਰਾਂ ਖਾਂਦੇ ਫਿਰਦੇ ਹਾਂ। ਜਿਵੇਂ ਕੂਕਰ ਹੈ, ਕੁੱਤਾ ਹੈ, ਉਹ ਆਪਣੇ ਮਾਲਕ ਦਾ ਦਰ ਛੱਡ ਕੇ ਜਦੋਂ ਦਰ ਦਰ ਤੇ ਜਾਂਦਾ ਹੈ ਨਾ ਤੇ ਉਹਨੂੰ ਦੁਰ ਦੁਰ ਹੁੰਦੀ ਹੈ, ਉਹਨੂੰ ਲੋਕੀ ਲਾਹਣਤਾਂ ਪਾਉਂਦੇ ਨੇ। ਇਸੇ ਤਰ੍ਹਾਂ ਜਦੋਂ ਜੀਵ ਮਨੁੱਖ ਇੱਕ ਮਾਲਕ ਨੂੰ ਛੱਡ ਕਰਕੇ ਦਰ ਦਰ ਤੇ ਭਟਕਦਾ ਹੈ ਤੇ ਲੋਕ ਉਹਨੂੰ ਵੀ ਦੁਰ ਦੁਰ ਕਰਦੇ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਉਹ ਮਾਲਕ ਇੱਕ ਹੈ, ਸਜਾਤੀ ਵਜਾਤੀ ਸਵੈ ਗਤ ਭਰਮ ਰਹਿਤ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਤਿੰਨਾਂ ਸ਼ਕਤੀਆਂ ਦਾ ਉਹ ਮਾਲਕ ਹੈ। ਪੈਦਾ ਵੀ ਕਰਦਾ ਹੈ, ਪਾਲਣਾ ਵੀ ਕਰਦਾ ਹੈ ਤੇ ਲੈਤਾ ਵੀ ਕਰਦਾ ਹੈ। ਇਹ ਤਿੰਨੇ ਸ਼ਕਤੀਆਂ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਹਨ। ਸਤਨਾਮ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਸਤ ਹੋਂਦ ਵਾਲਾ ਹੈ, ਸਤ ਸਦੀਵ ਕਾਲ ਰਹਿਣ ਵਾਲਾ ਹੈ। ਉਸ ਪਰਮੇਸ਼ਰ ਦਾ ਨਾਮ ਸਦਾ ਹੀ ਰਹਿਣ ਵਾਲਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਉਸ ਮਾਲਕ ਪਰਮੇਸ਼ਰ ਦੇ ਨਾਮ ਨਾਲ ਜੋੜ। ਕਰਤਾ ਪੁਰਖ। ਉਹ ਸਾਰਿਆਂ ਜੀਵਾਂ ਦਾ ਕਰਤਾ ਹੈ, ਮਾਲਕ ਹੈ। ਸਾਰੇ ਜੀਵ, ਸਾਰੀ ਕਾਇਨਾਤ ਉਸ ਪਰਮੇਸ਼ਰ ਨੇ ਪੈਦਾ ਕੀਤੀ ਹੋਈ ਹੈ। ਉਹ ਪੁਰਖ ਹੈ। ਜਿਵੇਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਨਾ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਪੁਰਖ ਹੈ।
बाकी संसार के अंदर जितनी उन्हें कायनात पैदा की, ये सारी इस्त्री लिंग है, ये सारे इस्त्री रूप हैं। सतगुरु पातशाह जी कहते वो परमेश्वर पू नामे नरक तो रखिया करन वाला है। निरभाउ निरवैर साध संगत जी वो डर तो रहत है, वो किसे तो डरदा नहीं, पर जेड़ा उहदे नाल जुड़ जाता है ना, वो भी डर तो रहत हो जाता। निरभाउ जपै सगल भाव मिटाए। जेड़ा निरभाव दा जाप करता है फिर वो सारे ही डर दूर हो जाते हैं। वो किसी तो डरदा नहीं, वो केवल परमेश्वर तो ही डरदा है, होर किसी दा ओनू कोई डर नहीं। निरवैर वो परमेश्वर वैर तो रहत है, ते जेड़े उस मालक नाल जुड़ जाते हैं उन्हां नूं भी वैर तो रहत कर दिंदा है, फिर वो किसी नाल वैर नहीं करते। सतगुरु पंजवें पातशाह जी ने जिवें पावन गुरबाणी दे अंदर जिक्र किया है, ना को मेरा दुश्मन रहया ना हम किसके बैराई। ना कोई साडा दुश्मन है, ना असी किसी दे वैरी हाँ। सतगुरु पातशाह जी कहते साडी ते भाई सारियां नाल प्रीति बन गई। कदों? जदों असी निरवैर नाल जुड़ गए। वो परमेश्वर निरवैर है, किसी नाल वैर नहीं करता। कई बार असी उस परमेश्वर नूं साध संगत जी दोषी बनाउने आ भी वेखो जी परमेश्वर ने साडे नाल चंगा नहीं कीता। कोई नौजवान बच्चा चढ़ाई कर जाए तो असीं कहने जी परमेश्वर ने चंगा नहीं किया। कई प्रकार तो असीं उहनूं उलामे दिंदे आ, पर सतगुरु पातशाह जी कहते वो किसी नाल वैर नहीं करता। वैर कौन करता है? विद्वानां ने जिक्र किया है, सतगुरु जी गुरबाणी विच भी दर्शाउंदे ने, दद्दा दोष ना देव किसै दोष कर्मा आपणिया। जो मैं किया सो मैं पाया, दोष ना दीजै आवर्जना। साध संगत जी साडे कर्म दोषी ने, ਜਿਹੜੇ ਅਸੀਂ ਕਰਮ ਕੀਤੇ ਨੇ ਨਾ ਉਹ ਸਾਨੂੰ ਤੰਗ ਕਰਦੇ ਨੇ, ਉਹ ਸਾਨੂੰ ਦੁੱਖ ਦਿੰਦੇ ਨੇ, ਤੇ ਅਸੀਂ ਫਿਰ ਉਹ ਪਰਮੇਸ਼ਰ ਨੂੰ ਆਪਣਾ ਦੁਸ਼ਮਣ ਸਮਝ ਲੈਂਦੇ ਆ ਵੀ ਵੇਖੋ ਜੀ ਉਹਨੇ ਸਾਡੇ ਨਾਲ ਚੰਗਾ ਨਹੀਂ ਕੀਤਾ। सतगुरु जी कहते वो परमेश्वर डर तो रहत है, वैर तो रहत है, अथवा वो वैला तो भी रहत है। उस परमात्मा नूं किसी प्रकार का कोई वैल नहीं, ना चाह दा, ना फीम दा, ना सुखे दा, ना साध संगत जी चिट्टे दा, ना काले दा, किसी प्रकार का उस परमात्मा नूं कोई वैल नहीं। भाव वो नशे तो रहत है। अकाल मूरत, मूर्त का अर्थ है स्वरूप। उस अकाल पुरख वाहेगुरु का स्वरूप साध संगत जी काल तो आ रहत है। उस परमात्मा का स्वरूप काल तो रहत है। बाकी सारे जीव उन्हें काल समय की होंद विच रखे ने। काल पाए ब्रह्मा बपतरा, काल पाए शिवजू अवतरा, काल पाए कर विष्णु प्रकाशा, सकल काल का किया तमाशा। सारे जीव काल समय अनुसार पैदा होंदे ने ते समय अनुसार ही संसार तो चले जाते हैं। पर वो परमेश्वर अकाल है, काल तो रहत है, ਉਹਦੇ उत्ते काल का कोई असर नहीं। सतगुरु जी कहते उस मालक का स्वरूप काल तो रहत है। अजूनी सै भंग, सच्चे पातशाह जी कहते वो जूना तो भी रहत है, अजन्मा है। साध संगत जी वो आउण जाण वाला नहीं,
ਵੀ ਕਦੇ ਕਿਸੇ ਜੂਨ ਵਿੱਚ ਆ ਗਿਆ, ਕਦੇ ਕਿਸੇ ਜੂਨ ਵਿੱਚ ਆ ਗਿਆ। ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਦਾ ਸਥਿਰ ਹੈ, ਜੂਨਾਂ ਤੋਂ ਰਹਿਤ ਹੈ, ਉਹ ਕਿਸੇ ਜੂਨ ਵਿੱਚ ਨਹੀਂ ਆਉਂਦਾ। ਇਸੇ ਕਰਕੇ ਹੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਹਜੂਰ ਕਹਿੰਦੇ ਸੋ ਮੁਖ ਜਲੋ ਜਿਤ ਕਹ ਹੈ ਠਾਕਰ ਜੋਨੀ। ਉਹ ਮੂੰਹ ਸੜ ਜਾਵੇ ਜਿਸ ਮੂੰਹ ਨਾਲ ਅਸੀਂ ਇਹ ਗੱਲ ਕਹਿੰਦੇ ਆ ਕਿ ਉਹ ਮਾਲਕ ਜੂਨਾਂ ਵਿੱਚ ਆਇਆ ਹੈ। ਸਤਿਗੁਰੂ ਜੀ ਕਹਿੰਦੇ ਉਹ ਮੁੱਖ ਹੀ ਸੜ ਜਾਵੇ। ਉਹ ਜੂਨਾਂ ਤੋਂ ਰਹਿਤ ਹੈ, ਕਿਸੇ ਜੂਨ ਵਿੱਚ ਨਹੀਂ ਆਉਂਦਾ। ਸਹਿ ਭੰਗ ਸੁਤੇ ਸਿੱਧ ਪ੍ਰਕਾਸ਼ ਸਰੂਪ ਹੈ, ਨਾ ਤਾਤਾ ਨਾ ਮਾਤਾ, ਨਾ ਉਹਦਾ ਕੋਈ ਪਿਤਾ ਹੈ ਨਾ ਉਹਦੀ ਕੋਈ ਮਾਤਾ ਹੈ। ਉਹ ਮਾਤਾ ਪਿਤਾ ਤੋਂ ਰਹਿਤ ਹੈ, ਆਪਣੇ ਆਪ ਤੋਂ ਹੀ ਉਹਦਾ ਪ੍ਰਕਾਸ਼ ਹੈ। ਗੁਰ ਪ੍ਰਸਾਦ ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਅਥਵਾ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਜਿਉ ਡਰਤ ਹੈ ਆਪਣਾ। ਸਾਧ ਸੰਗਤ ਜੀ, ਇੱਥੇ ਵਿਦਵਾਨਾਂ ਨੇ ਦੋ ਤਰ੍ਹਾਂ ਦਾ ਇਹਦਾ ਅਰਥ ਕੀਤਾ ਹੈ ਵੀ ਇੱਕ ਤਾਂ ਮਾਤਾ ਸੁਲੱਖਣੀ ਜੀ ਨੇ ਬੇਨਤੀ ਕੀਤੀ ਹੈ ਔਰ ਦੂਸਰਾ ਜਗਿਆਸੂ ਨੇ ਬੇਨਤੀ ਕੀਤੀ ਹੈ। ਤੇ ਜੀਉ ਦਾ ਅਰਥ ਵਿਦਵਾਨਾਂ ਨੇ ਮਨ ਵੀ ਕੀਤਾ ਹੈ, ਹਿਰਦਾ ਵੀ ਕੀਤਾ ਹੈ, ਜਿੰਦ ਵੀ ਕੀਤਾ ਹੈ। ਕਈ ਪ੍ਰਕਾਰ ਦੇ ਇਹਦੇ ਅਰਥ ਵਿਦਵਾਨਾਂ ਨੇ ਕੀਤੇ ਨੇ। ਪਰ ਇਹ ਜੀਉ ਡਰਦਾ ਕਿਉਂ ਹੈ? ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸਹਸੇ ਜੀਉ ਮਲੀਨ ਹੈ। ਇਹ ਸੰਸਿਆਂ ਦੇ ਕਾਰਨ ਜੀਉ ਜਿਹੜਾ ਹੈ ਉਹ ਮਲੀਨ ਹੋ ਚੁੱਕਾ ਹੈ। ਮਨ ਜਿਹੜਾ ਮੈਲਾ ਹੋ ਚੁੱਕਾ ਹੈ ਤੇ ਮੈਲਾ ਮਨ ਹਮੇਸ਼ਾ ਹੀ ਡਰਦਾ ਹੈ। ਜਿਸ ਮਨ ਅੰਦਰ ਮੈਲ ਲੱਗੀ ਹੋਈ ਹੈ ਜਨਮਾਂ ਜਨਮਾਤਰਾਂ ਦੀ, ਸਾਧ ਸੰਗਤ ਜੀ, ਉਹਨੂੰ ਹਮੇਸ਼ਾ ਹੀ ਡਰ ਬਣਿਆ ਰਹਿੰਦਾ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੀਉ ਡਰਤ ਹੈ ਆਪਣਾ। ਜਗਿਆਸੂ ਨੇ ਬੇਨਤੀ ਕੀਤੀ, ਮਹਾਰਾਜ ਮੇਰਾ ਮਨ, ਮੇਰਾ ਹਿਰਦਾ, ਮੇਰੀ ਜਿੰਦ ਡਰਦੀ ਹੈ। ਕੈਸਿਓ ਕਰੀ ਪੁਕਾਰ। ਔਰ ਸਤਕਾਰ ਨੂੰ ਮੁੱਖ ਰੱਖ ਕੇ ਕਹਿੰਦੇ ਨੇ ਮਹਾਰਾਜ ਤੁਹਾਡੇ ਤੋਂ ਬਗੈਰ ਹੁਣ ਮੈਂ ਕਿਹਦੇ ਅੱਗੇ ਪੁਕਾਰ ਕਰਾਂ, ਕਿਉਂਕਿ ਤੁਹਾਡੇ ਤੋਂ ਬਗੈਰ ਮੇਰੀ ਪੁਕਾਰ ਸੁਣਨ ਵਾਲਾ ਕੋਈ ਨਹੀਂ। ਜਿਸ ਮਾਨੁਖ ਪੈ ਕਰੂੰ ਬੇਨਤੀ ਸੋ ਆਪਣੇ ਦੁੱਖ ਭਰਿਆ। ਜਿਸ ਮਨੁੱਖ ਦੇ ਪਾਸ ਮੈਂ ਬੇਨਤੀ ਕਰਦਾ ਹਾਂ ਉਹ ਤਾਂ ਅੱਗੇ ਹੀ ਦੁੱਖਾਂ ਨਾਲ ਭਰਿਆ ਹੋਇਆ ਹੈ। ਉਹ ਮੇਰੀ ਬੇਨਤੀ ਸੁਣਨ ਨੂੰ ਤਿਆਰ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਕਿਸ ਪੈ ਖੋਲੋ ਗੰਠੜੀ ਦੁਖੀ ਭਰ ਆਇਆ। ਮਹਾਰਾਜ ਮੈਂ ਆਪਣੇ ਦੁੱਖਾਂ ਦੀ ਗੰਢ, ਆਪਣੇ ਦੁੱਖਾਂ ਦੀ ਪੰਡ ਕਿਹਦੇ ਕੋਲ ਜਾ ਕੇ ਖੋਲਾਂ? ਜਿਹਦੇ ਕੋਲ ਮੈਂ ਗੱਲ ਕਰਦਾ ਹਾਂ, ਪੁਕਾਰ ਕਰਦਾ ਹਾਂ ਨਾ, ਉਹ ਤੇ ਅੱਗੇ ਦੁੱਖਾਂ ਨਾਲ ਭਰਿਆ ਪਿਆ ਹੋਇਆ ਹੈ। ਜੀਉ ਡਰਤ ਹੈ ਆਪਣਾ, ਕੈਸੇ ਕਰੀ ਪੁਕਾਰ। हे ਸੱਚੇ ਪਾਤਸ਼ਾਹ, ਮੇਰਾ ਮਨ, ਮੇਰਾ ਹਿਰਦਾ, ਮੇਰੀ ਜਿੰਦ ਡਰ ਰਹੀ ਹੈ। ਸੰਸਾਰ ਦੇ ਦੁੱਖਾਂ ਨੂੰ ਵੇਖ ਕਰਕੇ, ਵਿਕਾਰਾਂ ਨੂੰ ਵੇਖ ਕਰਕੇ, ਮੋਹ ਨੂੰ ਵੇਖ ਕਰਕੇ। ਤੇ ਮਹਾਰਾਜ ਮੈਂ ਕਿਹਦੇ ਅੱਗੇ ਪੁਕਾਰ ਕਰਾਂ? ਮੇਰੀ ਪੁਕਾਰ ਸੁਣਨ ਵਾਲਾ ਹੋਰ ਕੋਈ ਹੈ ਨਹੀਂ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਉ ਕਰਸੀ ਪੀਓ। ਰੈਣ ਗਈ ਮਤ ਦਿਨ ਭੀ ਜਾਏ, ਭਵਰ ਗਏ ਬਗ ਬੈਠੇ ਆਏ। ਜੀ ਡਰਦਾ ਹੈ, ਥਰ ਥਰ ਕਰਕੇ ਕੰਬਦਾ ਹੈ। ਪਤਾ ਨਹੀਂ ਬਾਪੂ ਕੀ ਆਖੇਗਾ ਜਾਂਦਿਆਂ ਨੂੰ। ਸਾਧ ਸੰਗਤ ਜੀ, ਆਪਾਂ ਵੇਖਿਆ ਕਈ ਵਾਰ ਬੱਚੇ ਜਦੋਂ ਸੌਦਾ ਲੈਣ ਜਾਂਦੇ ਸੀ ਨਾ,
ਜਾਂ ਉਹਨਾਂ ਨੂੰ ਚੇਤਾ ਭੁੱਲ ਜਾਣਾ, ਜਾਂ ਉਹਨਾਂ ਨੇ ਕੋਈ ਸੌਦਾ ਡੋਲ ਆਉਣਾ। ਤੇ ਉਹ ਇੰਨੇ ਡਰਦੇ ਹੁੰਦੇ ਸੀ ਵੀ ਪਤਾ ਨਹੀਂ ਬਾਪੂ ਨੇ ਕੀ ਕਹਿ ਦੇਣਾ। ਉਹਨਾਂ ਦੇ ਮਨ ਵਿੱਚ ਡਰ ਹੁੰਦਾ ਸੀ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਥਰ ਹਰ ਕੰਪੈ ਬਾਲਾ ਜੀਓ। ਮੇਰਾ ਮਨ ਕੰਬਦਾ ਹੈ, ਮੇਰਾ ਹਿਰਦਾ ਕੰਬਦਾ ਹੈ, ਨਾ ਜਾਣੋ ਕਿਆ ਕਰਸੀ ਪੀਓ। ਪੀਓ ਪਿਤਾ ਪਰਮੇਸ਼ਰ ਵਾਹਿਗੁਰੂ ਕਿਆ ਜਾਣੀਏ ਕੀ ਕਰੇਗਾ ਸਾਡੇ ਨਾਲ। ਕਿਉਂਕਿ ਜੇ ਤਾਂ ਚੰਗੇ ਕਰਮ ਕੀਤੇ ਹੋਏ ਤੇ ਬਾਪੂ ਘੁੱਟ ਕੇ ਜੱਫੀ ਪਾਵੇਗਾ, ਤੇ ਜੇ ਬੁਰਾਈਆਂ ਕੀਤੀਆਂ ਹੋਈਆਂ ਤੇ ਬਾਪੂ ਅੱਖਾਂ ਲਾਲ ਕਰ ਕਰਕੇ ਪਵੇਗਾ। ਫਿਰ ਕੰਮ ਤਾਂ ਦੋ ਹੀ ਨੇ ਨਾ। ਰੈਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ। ਰਾਤ ਚਲੇ ਗਈ, ਮਤਾ ਕਿਤੇ ਦਿਨ ਵੀ ਨਾ ਚਲਿਆ ਜਾਵੇ। ਪਰਮੇਸ਼ਰ ਦੀ ਯਾਦ ਤੋਂ ਬਗੈਰ ਰਾਤ ਤਾਂ ਸੌਂ ਕੇ ਗੁਜ਼ਾਰ ਲਈ ਹੈ। ਮਤਾ ਕਿਤੇ ਦਿਨ ਵੀ ਕਾਰੋ ਵਿਹਾਰਾਂ ਵਿੱਚ ਹੀ ਨਾ ਲੰਘ ਜਾਵੇ। ਭਵਰ ਗਏ ਬਗ ਬੈਠੇ ਆਏ। ਜਿਹੜੇ ਕਾਲੇ ਭੌਰਾਂ ਵਰਗੇ ਕੇਸ ਸੀ ਨਾ, ਉਹ ਚਲੇ ਗਏ। ਹੁਣ ਤਾਂ ਕੇਸ ਵੀ ਬੱਗੇ ਹੋ ਗਏ ਨੇ। ਜਿਵੇਂ ਬਾਬਾ ਫਰੀਦ ਜੀ ਨੇ ਜ਼ਿਕਰ ਕੀਤਾ ਹੈ ਨਾ, ਬਾਬਾ ਜੀ ਕਹਿੰਦੇ ਨੇ, ਵੇਖ ਦਾੜੀ ਤੇਰੀ ਭੂਰੀ ਹੋ ਗਈ ਹੈ ਔਰ ਅੱਗਾ ਨੇੜੇ ਆ ਗਿਆ ਹੈ, ਪਿੱਛਾ ਦੂਰ ਰਹਿ ਗਿਆ ਹੈ। ਹੁਣ ਇਸ ਜ਼ਿੰਦਗੀ ਦੇ ਸਵਾਸ ਜਿਹੜੇ ਬਤੀਤ ਹੋ ਗਏ, ਉਹਨਾਂ ਨੂੰ ਵੇਖ ਵੇਖ ਕੇ ਮਨ ਡਰਦਾ ਹੈ ਕਿ ਜ਼ਿੰਦਗੀ ਰੂਪੀ ਰਾਤ ਬਤੀਤ ਹੋ ਰਹੀ ਹੈ। ਮਤਾ ਕਿਤੇ ਦਿਨ ਵੀ ਨਾ ਚਲਿਆ ਜਾਵੇ। ਪਰਮੇਸ਼ਰ ਦੀ ਯਾਦ ਤੋਂ ਬਗੈਰ ਸਾਧ ਸੰਗਤ ਜੀ ਸਮਾਂ ਬਤੀਤ ਹੋਈ ਜਾ ਰਿਹਾ ਹੈ। ਪਰ ਉਹ ਸਫਲੇ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਵਿਸਾਰਿਆ ਨਹੀਂ। ਜੀਉ ਡਰਤ ਹੈ ਆਪਣਾ, ਜਗਿਆਸੂ ਬੇਨਤੀ ਕਰਦਾ, ਮਹਾਰਾਜ ਮੇਰਾ ਮਨ, ਮੇਰਾ ਹਿਰਦਾ, ਮੇਰੀ ਆਪਣੀ ਜਿੰਦ ਡਰਦੀ ਹੈ। ਦੱਸੋ ਮੈਂ ਕਿਹਦੇ ਅੱਗੇ ਪੁਕਾਰ ਕਰਾਂ, ਕਿਹਦੇ ਅੱਗੇ ਫਰਿਆਦ ਕਰਾਂ। ਦੁਖ ਵਿਸਾਰਣ ਸੇਵਿਆ। ਸੱਚੇ ਪਾਤਸ਼ਾਹ ਜੀ ਕਹਿੰਦੇ, ਦੁੱਖਾਂ ਨੂੰ ਨਾਸ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਭਾਈ ਅਸੀਂ ਤੇ ਉਹਨੂੰ ਯਾਦ ਕੀਤਾ ਹੈ, ਤੇ ਤੂੰ ਵੀ ਉਸ ਮਾਲਕ ਨੂੰ ਯਾਦ ਕਰਿਆ ਕਰ। ਸਦਾ ਸਦਾ ਦਾਤਾਰ। ਉਹ ਸਦਾ ਵਾਸਤੇ ਬਖਸ਼ਿੰਦ ਹੈ ਔਰ ਸਦਾ ਵਾਸਤੇ ਬਖਸ਼ਿਸ਼ਾਂ ਕਰਨ ਵਾਲਾ ਹੈ, ਸਦਾ ਸਦਾ ਦਾਤਾਂ ਦੇਣ ਵਾਲਾ ਹੈ। ਸਾਹਿਬ ਮੇਰਾ ਨੀਤ ਨਵਾਂ। ਜਗਿਆਸੂ ਨੇ ਫਿਰ ਬੇਨਤੀ ਕਰਕੇ ਪੁੱਛਿਆ, ਮਹਾਰਾਜੋ ਕਿਹੋ ਜਿਹਾ ਸਾਹਿਬ ਹੈ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ? ਤੇ ਸਤਿਗੁਰੂ ਜੀ ਕਹਿੰਦੇ, ਸਾਹਿਬ ਮੇਰਾ ਨੀਤ ਨਵਾਂ। ਮੇਰਾ ਮਾਲਕ ਨਿਤ ਨਵੀਨ ਹੈ, ਨਾ ਹੋ ਬਾਲਾ ਨਾ ਹੋ ਬੂਢਾ। ਸਾਧ ਸੰਗਤ ਜੀ, ਨਾ ਉਹ ਬਾਲਕ ਹੈ ਨਾ ਬਜ਼ੁਰਗ ਹੈ, ਨਾ ਉਹਨੂੰ ਗਰਮੀ ਵਿਆਪਦੀ ਹੈ ਨਾ ਉਹਨੂੰ ਸਰਦੀ ਵਿਆਪਦੀ ਹੈ। ਸਤਿਗੁਰੂ ਜੀ ਕਹਿੰਦੇ ਉਹ ਐਸਾ ਨਵੀਨ ਹੈ, ਨਿਤ ਹੀ ਨਵੀਨ ਹੈ, ਕਦੇ ਪੁਰਾਣਾ ਨਹੀਂ ਹੁੰਦਾ। ਪੁਰਾਣਾ ਤੇ ਤਾਂ ਹੀ ਹੋਵੇਗਾ ਨਾ ਜੇ ਉਹਦਾ ਜਨਮ ਹੋਇਆ ਹੋਵੇ। ਤੇ ਜਿਸ ਦਾ ਜਨਮ ਹੀ ਨਹੀਂ ਹੋਇਆ ਸਾਧ ਸੰਗਤ ਜੀ, ਉਹ ਪੁਰਾਣਾ ਕਿਵੇਂ ਹੋਵੇਗਾ? ਬਾਲਕ ਜਨਮ ਲੈਂਦਾ ਹੈ, ਬਾਲਕ ਤੇ ਬਿਰਧ ਪਿਆ ਹੋਣਾ ਸੋ ਹੋਇਆ। ਬੱਚੇ ਤੋਂ ਸਾਧ ਸੰਗਤ ਜੀ ਉਮਰ ਵੱਧਦੀ ਵੱਧਦੀ ਫਿਰ ਬਜ਼ੁਰਗਤਾ ਹੀ ਪਹੁੰਚ ਜਾਂਦੀ ਹੈ ਤੇ ਆਖਰ ਨੂੰ ਫਿਰ ਉਹ ਖਤਮ ਹੋ ਜਾਂਦਾ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਵੇਖੋ ਉਹ ਨਾ ਬਾਲਕ ਅਵਸਥਾ ਵਿੱਚ ਹੈ ਨਾ ਉਹ ਬਜ਼ੁਰਗ ਅਵਸਥਾ ਵਿੱਚ ਹੈ, ਉਹ ਤੇ ਸਦਾ ਹੀ ਨਵੀਨ ਹੈ,
ਸਦਾ ਹੀ ਨਵਾਂ ਹੈ। ਸਦਾ ਸਦਾ ਦਾਤਾਰ ਸਦਾ ਸਦਾ ਹਮੇਸ਼ਾ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ ਪਰਮੇਸ਼ਰ। ਰਹਾਉ ਇਹ ਜਗਿਆਸੂ ਵੱਲੋਂ ਸਵਾਲ ਅਤੇ ਜਵਾਬ ਕੀਤੇ ਗਏ। ਅਨ ਦਿਨ ਸਾਹਿਬ ਸੇਵੀਐ। ਬੇਨਤੀ ਕੀਤੀ ਮਹਾਰਾਜ ਫਿਰ ਮੈਂ ਉਹਨੂੰ ਕਿੰਨਾ ਕੁ ਚਿਰ ਯਾਦ ਕਰਾਂ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਣ ਦਿਨ ਸਾਹਿਬ ਸੇਵੀਏ, ਰਾਤ ਦਿਨ ਉਸ ਮਾਲਕ ਨੂੰ ਚੇਤੇ ਕਰੀਏ। ਜਪ ਮਨ ਸਤਨਾਮ। ਸਤਿਗੁਰੂ ਜੀ ਕਹਿੰਦੇ ਹੈ ਮਨਾ ਉਹ ਸੱਚੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ। ਤੇ ਮਨ ਨੇ ਅੱਗੋਂ ਸਵਾਲ ਕੀਤਾ ਮਹਾਰਾਜ ਕਿੰਨਾ ਕੁ ਚਿਰ ਜਪਾਂ। ਤੇ ਹਜੂਰ ਕਹਿੰਦੇ ਸਦਾ ਸਤਨਾਮ, ਸਦਾ ਵਾਸਤੇ। ਇਹ ਨਹੀਂ ਪਈ 2 ਘੜੀਆਂ 4 ਘੜੀਆਂ ਯਾਦ ਕੀਤਾ ਤੇ ਮੁੜ ਕੇ ਸਾਰਾ ਦਿਨ ਵਿਸਾਰ ਦਿੱਤਾ, 24 ਘੰਟੇ ਯਾਦ ਹੀ ਨਾ ਕੀਤਾ। 24 ਘੰਟਿਆਂ ਦੇ ਵਿੱਚ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰ ਲਿਆ ਤੇ ਮੁੜ ਕੇ ਕਦੇ ਚੇਤੇ ਹੀ ਨਾ ਕੀਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਮਾਲਕ ਨੂੰ ਸਦਾ ਹੀ ਚੇਤੇ ਰੱਖ। ਫਿਰ ਕੀ ਹੋਵੇਗਾ? ਸਤਿਗੁਰੂ ਜੀ ਕਹਿੰਦੇ ਹਲਤ ਪਲਤ ਮੁਖ ਊਜਲ ਹੋਈ ਹੈ, ਲੋਕ ਪਰਲੋਕ ਵਿੱਚ ਤੇਰਾ ਮੁਖ ਉਜਲਾ ਹੋਵੇਗਾ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹੇ ਜਗਿਆਸੂ ਉਸ ਮਾਲਕ ਨੂੰ ਰਾਤ ਦਿਨ ਚੇਤੇ ਕਰ। ਅੰਤ ਛਡਾਏ ਸੋਏ। ਅੰਤ ਅਖੀਰ ਨੂੰ ਉਹ ਪਰਮੇਸ਼ਰ ਵਾਹਿਗੁਰੂ ਤੈਨੂੰ ਇਹਨਾਂ ਦੁੱਖਾਂ ਪਾਸੋਂ ਅਥਵਾ ਜਮਾ ਪਾਸੋਂ ਛਡਾ ਲਵੇਗਾ। ਸੁਣ ਸੁਣ ਮੇਰੀ ਕਾਮਣੀ। ਕਾਮਣੀ ਦੇ 2 ਅਰਥ ਵਿਦਵਾਨਾਂ ਨੇ ਕੀਤੇ ਨੇ। ਇੱਕ ਕਾਮਣੀ ਦਾ ਅਰਥ ਕੀਤਾ ਹੈ ਇਸਤਰੀ। ਇਸੇ ਹੀ ਪੰਕਤੀ ਤੋਂ ਲੈ ਕਰਕੇ ਵਿਦਵਾਨਾਂ ਨੇ ਇਸ ਸ਼ਬਦ ਦਾ ਭਾਵ ਜਿਹੜਾ ਹੈ ਉਹ ਮਾਤਾ ਸੁਲੱਖਣੀ ਜੀ ਦੇ ਨਾਲ ਜੋੜਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸੁਣ ਸੁਣ ਮੇਰੀ ਕਾਮਣੀ। ਔਰ ਦੂਸਰਾ ਕਾਮਣੀ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਜਗਿਆਸੂ। ਸਾਧ ਸੰਗਤ ਜੀ ਇਹ 2 ਅਰਥ ਵਿਦਵਾਨਾਂ ਨੇ ਕੀਤੇ ਨੇ। ਸੁਣ ਸੁਣ ਮੇਰੀ ਕਾਮਣੀ। ਸੁਣ ਸੁਣ ਕੇ ਇਹਦਾ ਅਰਥ ਤਾਂ ਆਪਾਂ ਇਉਂ ਹੀ ਕਰਾਂਗੇ ਨਾ, ਸੁਣ ਸੁਣ ਕੇ। ਹੇ ਮੇਰੀ ਕਾਮਣੀ, ਹੇ ਜਗਿਆਸੂ, ਹੇ ਕਾਇਆ ਰੂਪ ਇਸਤਰੀ, ਪਰਮੇਸ਼ਰ ਦੇ ਨਾਮ ਨੂੰ ਸੁਣ। ਸੁਣ ਦਾ ਅਰਥ ਹੈ ਸਰੋਤ। ਕੰਨ ਕਰਕੇ ਸੁਣ ਨਾ ਕਰ। ਜਿਵੇਂ ਅਸੀਂ ਕਿਸੇ ਨੂੰ ਕਹਿੰਦੇ ਨਾ ਵੀ ਕੰਨ ਕਰਕੇ ਮੇਰੀ ਗੱਲ ਸੁਣ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਜਗ ਅਰਜ ਗੁਫਤਮ ਪੇਸ ਤੋ ਦਰਗੋਸ ਕੁਨ ਕਰਤਾਰ। ਐ ਕਰਤਾਰ, ਮੈਂ ਤੇਰੇ ਕੰਨਾਂ ਵਿੱਚ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ, ਤੂੰ ਕੰਨ ਕਰਕੇ ਸੁਣ ਨਾ ਕਰ। ਇੱਥੇ ਵੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਮੇਰੀ ਕਾਮਣੀ, ਹੇ ਜੀਵ ਇਸਤਰੀ, ਹੇ ਕਾਇਆ, ਤੂੰ ਕੰਨ ਕਰਕੇ ਸੁਰਤ ਕਰਕੇ ਪਰਮੇਸ਼ਰ ਦੇ ਨਾਮ ਨੂੰ ਸੁਣਨਾ ਕਰ। ਪਾਰ ਉਤਾਰਾ ਹੋਏ। ਪਰਮੇਸ਼ਰ ਦਾ ਨਾਮ ਸੁਣ ਸੁਣ ਕੇ ਹੀ ਪਾਰ ਉਤਾਰਾ ਹੁੰਦਾ ਹੈ। ਸੰਸਾਰ ਸਮੁੰਦਰ ਤੋਂ ਜੀਵ ਪਾਰ ਉਤਰ ਜਾਂਦਾ ਹੈ। ਸੁਣਨ ਦਾ ਬਹੁਤ ਵੱਡਾ ਲਾਭ ਹੈ। ਆ ਵੱਖਰੀ ਗੱਲ ਹੈ ਵੀ ਅੱਜ ਦੇ ਰਾਗੀ ਸਿੰਘਾਂ ਨੇ ਨਾਲ ਸੰਗਤ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਵੀ ਅੱਧਾ ਕੀਰਤਨ ਸੰਗਤ ਕਰੇ ਤੇ ਅੱਧਾ ਅਸੀਂ ਕਰੀਏ। ਇਹ ਵੱਖਰੀ ਗੱਲ ਹੈ, ਪਰ ਸੁਣਨ ਦਾ ਬਹੁਤ ਵੱਡਾ ਮਹਾਤਮ ਹੈ। ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਸੁਣ ਤੇ ਪੁਨੀਤ ਕਹਤੇ ਪਵਿੱਤ। ਸੁਣਨ ਵਾਲਾ ਪੁਨੀਤ ਹੈ, ਕਹਿਣ ਵਾਲਾ ਪਵਿੱਤ ਹੈ। इतना बड़ा लाभ है। साध संगत जी,
ਸਾਨੂੰ ਵੱਧ ਤੋਂ ਵੱਧ ਗੁਰੂ ਕੀ ਬਾਣੀ ਸਰਵਣ ਕਰਨੀ ਚਾਹੀਦੀ ਹੈ। ਤੇ ਸਰਵਣ ਤਾਂ ਹੀ ਕਰਾਂਗੇ ਜੇ ਆਪਾਂ ਕੰਨਾਂ ਨਾਲ ਧਿਆਨ ਜੋੜ ਕੇ ਸਰਵਣ ਕਰਾਂਗੇ, ਤਾਂ ਸੁਣਾਂਗੇ, ਫਿਰ ਹੀ ਉਹ ਗੁਰਬਾਣੀ ਕੰਨਾਂ ਰੂਪੀ ਡੂਨਿਆਂ ਰਾਹੀਂ ਸਾਡੇ ਅੰਦਰ ਜਾਵੇਗੀ। ਤੇ ਜੇ ਅਸੀਂ ਨਾਲ ਹੀ ਬੋਲੀ ਗਏ ਤੇ ਫਿਰ ਸਾਨੂੰ ਸੁਣਨ ਦਾ ਕੀ ਲਾਭ ਹੋਵੇਗਾ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਐ ਮੇਰੀ ਕਾਮਣੀ ਹੈ ਕਾਇਆ ਹੈ ਜੀਵ ਇਸਤਰੀ, ਤੂੰ ਸਰੋਤ ਕਰਕੇ ਪਰਮਾਤਮਾ ਦੇ ਨਾਮ ਨੂੰ ਸੁਣ, ਸੁਣ ਸੁਣ ਕੇ ਨਾਮ ਦੇ ਰਾਹੀਂ ਤੇਰਾ ਪਾਰ ਉਤਾਰਾ ਹੋਵੇਗਾ। ਦਇਆਲ ਤੇਰੇ ਨਾਮ ਤਰਾ, ਹੇ ਦਇਆ ਦੇ ਘਰ ਵਾਹਿਗੁਰੂ ਪਰਮੇਸ਼ਰ, ਤੇਰੇ ਨਾਮ ਦੇ ਰਾਹੀਂ ਹੀ ਮੈਂ ਸੰਸਾਰ ਤੋਂ ਤਰ ਸਕਦਾ ਹਾਂ। ਸਤਿਗੁਰ ਬਾਣੈ ਜਾਓ, ਸੱਚੇ ਪਾਤਸ਼ਾਹ ਤੇਰੇ ਤੋਂ ਸਦਾ ਹੀ ਮੈਂ ਕੁਰਬਾਨ ਜਾਂਦਾ ਹਾਂ, ਵਾਰਨੇ ਫੇਰਨੇ ਜਾਂਦਾ ਹਾਂ। ਰਹਾਉ ਹਾਂਜੀ। ਸਰਬੰ ਸਾਚਾ ਏਕ ਹੈ। ਜਗਿਆਸੂ ਨੇ ਬੇਨਤੀ ਕੀਤੀ, ਕਹਿਣ ਲੱਗਾ, ਮਹਾਰਾਜ ਤੁਸਾਂ ਨਾਮ ਦੀ ਗੱਲ ਕੀਤੀ ਹੈ, ਦਇਆ ਦੇ ਘਰ ਵਾਹਿਗੁਰੂ ਦੀ ਗੱਲ ਕੀਤੀ ਹੈ, ਪਰ ਇਹ ਮੈਨੂੰ ਦੱਸੋ ਵੀ ਉਹ ਹੈ ਕਿੱਥੇ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਸਰਬੰ ਸਾਚਾ ਏਕ ਹੈ। ਸਾਰਿਆਂ ਥਾਵਾਂ ਤੇ ਭਾਈ ਉਹ ਸੱਚਾ ਪਰਮੇਸ਼ਰ ਵਾਹਿਗੁਰੂ ਇੱਕੋ ਹੀ ਵਰਤ ਰਿਹਾ ਹੈ। ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਧਰਤੀ ਤੇ ਵੀ ਹੈ, ਆਕਾਸ਼ ਵਿੱਚ ਵੀ ਹੈ, ਸਾਰੇ ਜੀਵਾਂ ਦੇ ਅੰਦਰ ਹੈ, ਬਨਸਪਤੀ ਦੇ ਵਿੱਚ ਵੀ ਉਹ ਪਰਮੇਸ਼ਰ ਦਾ ਨਿਵਾਸ ਹੈ। ਸਰਬੰ ਸਾਚਾ ਏਕ ਹੈ। ਸਾਰੇ ਉਹ ਸੱਚਾ ਪਰਮੇਸ਼ਰ ਇੱਕੋ ਹੀ ਹੈ, ਦੂਜਾ ਨਾਹੀ ਕੋਏ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਵਰਗਾ ਹੋਰ ਦੂਜਾ ਕੋਈ ਹੈ ਨਹੀਂ। ਹਜੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਉਹਦੇ ਵਰਗਾ ਹੋਰ ਦੂਜਾ ਹੋਵੇ, ਉਹਦੇ ਬਰੋਬਰ ਦਾ ਹੋਵੇ, ਤਾਂ ਹੀ ਉਹਦੇ ਨਾਲ ਤਰਜੀਹ ਦਿੱਤੀ ਜਾ ਸਕਦੀ ਹੈ ਨਾ। ਹੁਣ ਵੇਖੋ, ਜਿਵੇਂ ਅੰਮ੍ਰਿਤਸਰ ਦਾ ਡੀਸੀ ਹੈ, ਗੁਰਦਾਸਪੁਰ ਦਾ ਡੀਸੀ ਹੈ, ਉਹ ਬਰੋਬਰ ਨੇ। ਪਰ ਸਾਧ ਸੰਗਤ ਜੀ, ਇਹਨਾਂ ਤੋਂ ਕੋਈ ਉੱਪਰ ਹੋਵੇਗਾ ਤੇ ਫਿਰ ਉਹਦੇ ਕੋਲ ਪੁਕਾਰ ਕੀਤੀ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਮਾਲਕ ਵਰਗਾ ਹੋਰ ਕੋਈ ਦੂਜਾ ਹੈ ਨਹੀਂ। ਪਰਮਾਤਮਾ ਨੇ ਆਪਣੇ ਵਰਗਾ ਕੋਈ ਪੈਦਾ ਨਹੀਂ ਕੀਤਾ। ਸੰਸਾਰ ਦੇ ਅੰਦਰ ਤਾਂ ਸਾਨੂੰ ਭੁਲੇਖਾ ਪੈਂਦਾ ਵੀ ਫਲਾਣਾ ਫਲਾਣੇ ਵਰਗਾ ਹੈ, ਫਲਾਣਾ ਫਲਾਣੇ ਵਰਗਾ ਹੈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ, ਉਹ ਕਹਿੰਦੇ ਨੇ ਪਿਤਾ ਪੁਰ ਪੂਤ, ਘੋੜੇ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ। ਮੁਹਾਂਦਰਾ ਰਲਦਾ ਹੀ ਹੈ ਨਾ। ਪਰ ਉਸ ਪਰਮਾਤਮਾ ਦੀ ਤਸਬੀਹ ਕਿਹਦੇ ਨਾਲ ਦਿਆਂਗੇ? ਉਹਦੇ ਵਰਗਾ ਤੇ ਕੋਈ ਹੈ ਨਹੀਂ। ਉਹਦੇ ਵਰਗਾ ਕੋਈ ਹੋਵੇਗਾ ਤੇ ਤਾਂ ਹੀ ਉਹਨੂੰ ਜਾ ਕੇ ਬੇਨਤੀ ਕਰਾਂਗੇ ਨਾ। ਪਰ ਸਤਿਗੁਰੂ ਜੀ ਕਹਿੰਦੇ ਉਹਨੇ ਦੂਜਾ ਆਪਣੇ ਵਰਗਾ ਕੋਈ ਪੈਦਾ ਨਹੀਂ ਕੀਤਾ। ਹਾਂ, ਜੀਵ ਉਹਦੇ ਨਾਲ ਇਕਮਿਕ ਹੋ ਸਕਦਾ, ਸਿਮਰਨ ਭਜਨ ਕਰਕੇ, ਉਹਨੂੰ ਅੱਠੇ ਪੈਰ ਚੇਤੇ ਕਰਕੇ, ਪਰ ਸਾਧ ਸੰਗਤ ਜੀ ਉਹਦੇ ਵਰਗਾ ਹੋਰ ਕੋਈ ਦੂਜਾ ਹੈ ਨਹੀਂ। ਉਹ ਸਾਰੇ ਰਮਿਆ ਹੋਇਆ ਹੈ। ਤਾ ਕੀ ਸੇਵਾ ਸੋ ਕਰੇ, ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਅਥਵਾ ਸਿਮਰਨ ਉਹ ਕਰਦਾ ਹੈ ਜਾ ਕੋ ਨਦਰ ਕਰੇ, ਜਾ ਕੋ ਜਿਸ ਉੱਤੇ ਉਹ ਪਰਮੇਸ਼ਰ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ। ਤੁਧ ਬਾਜ ਪਿਆਰੇ ਕੇਵਰਹਾ, हे ਪਿਆਰੇ, ਤੇਰੇ ਤੋਂ ਬਗੈਰ ਮੈਂ ਕਿਵੇਂ ਰਹਾ। ਸਾ ਵਡਿਆਈ ਦੇਹ, ਸੱਚੇ ਪਾਤਸ਼ਾਹ ਜੀ ਮੈਨੂੰ ਉਹ ਵਡਿਆਈ, ਉਹ ਦਾਤ ਬਖਸ਼ਿਸ਼ ਕਰੋ ਜਿਤ ਨਾਮ ਤੇਰੇ ਲਾਗ ਰਹਾ। ਮਹਾਰਾਜ ਉਹ ਦਾਤਾਂ ਬਖਸ਼ਿਸ਼ ਕਰਿਓ ਜਿਨ੍ਹਾਂ ਦਾਤਾਂ ਦੁਆਰਾ ਮੈਂ ਆਪ ਜੀ ਦੇ ਨਾਮ ਨਾਲ ਜੁੜਿਆ ਰਹਾ।
ਮੈਨੂੰ ਆਪ ਜੀ ਦਾ ਨਾਮ ਨਾ ਵਿਸਰੇ। ਸੰਸਾਰ ਦੇ ਅੰਦਰ ਅਸੀਂ ਦਾਤਾਂ ਪ੍ਰਾਪਤ ਕਰਕੇ ਦਾਤੇ ਨੂੰ ਵਿਸਾਰ ਦਿੰਦੇ ਹਾਂ। ਅਸੀਂ ਕਹਿੰਦੇ ਸਭ ਕੁਛ ਆਪਣਾ, ਇੱਕ ਰਾਮ ਪਰਾਇਆ, ਸਭ ਕੁਝ ਸਾਡਾ ਹੈ ਤੇ ਜਿਹਨੇ ਦਿੱਤਾ ਉਹ ਤਾਂ ਬਗਾਨਾ ਹੈ। ਅਸੀਂ ਉਹਨੂੰ ਬਗਾਨਾ ਸਮਝਦੇ ਹਾਂ। ਅਸੀਂ ਵਸਤੂਆਂ ਨਾਲ ਪਿਆਰ ਕਰਦੇ ਹਾਂ, ਵਸਤੂਆਂ ਦੇਣ ਵਾਲੇ ਨਾਲ ਪਿਆਰ ਨਹੀਂ ਕਰਦੇ। ਅਸੀਂ ਵਸਤੂਆਂ ਨੂੰ ਜੱਫਾ ਮਾਰਦੇ ਹਾਂ, ਵਸਤੂਆਂ ਦੇਣ ਵਾਲੇ ਨੂੰ ਕਦੇ ਜੱਫਾ ਨਹੀਂ ਮਾਰਿਆ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਕਿਰਪਾ ਕਰਿਓ, ਮੈਨੂੰ ਉਹ ਵਡਿਆਈ, ਉਹ ਦਾਤ ਬਖਸ਼ਿਸ਼ ਕਰਿਓ ਜਿਸ ਦਾਤ ਨੂੰ ਪ੍ਰਾਪਤ ਕਰਕੇ ਤੁਹਾਡਾ ਨਾਮ ਨਾ ਵਿਸਰੇ। ਭਾਵੇਂ ਮੋਤੀਆਂ ਦੇ ਮੰਦਰ ਮੇਰੇ ਕੋਲ ਹੋਣ, ਭਾਵੇਂ ਹੀਰੇ ਜੜਤ ਪਲੰਗ ਹੋਣ, ਭਾਵੇਂ ਮੇਰੇ ਕੋਲ ਰਿੱਧੀਆਂ ਸਿੱਧੀਆਂ ਹੋਣ, ਪਰ ਸੱਚੇ ਪਾਤਸ਼ਾਹ ਤੇਰਾ ਨਾਮ ਨਾ ਭੁੱਲੇ। ਅਰਾਜ ਭਾਗ ਵੀ ਹੋਵੇ ਤੇ ਤੂੰ ਨਾ ਵਿਸਰੇ। ਅਸੀਂ ਰਾਜ ਭਾਗ ਪ੍ਰਾਪਤ ਕਰਕੇ ਪਰਮੇਸ਼ਰ ਨੂੰ ਵਿਸਾਰ ਦਿੰਦੇ ਹਾਂ। ਤੇ ਸਾਧ ਸੰਗਤ ਜੀ, ਜਦੋਂ ਅਸੀਂ ਉਹਨੂੰ ਵਿਸਾਰ ਦਿੰਦੇ ਹਾਂ, ਫਿਰ ਸਭ ਕੁਝ ਸਾਡੇ ਤੋਂ ਖੁੱਸ ਜਾਂਦਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਹੇ ਮਾਲਕ, ਮੈਨੂੰ ਉਹ ਵਡਿਆਈ, ਉਹ ਦਾਤ ਬਖਸ਼ਿਸ਼ ਕਰ ਜਿਸ ਦਾਤ ਦੇ ਦੁਆਰਾ ਮੈਂ ਆਪ ਜੀ ਦੇ ਨਾਮ ਨਾਲ ਜੁੜਿਆ ਰਹਾ। ਦੂਜਾ ਨਾਹੀ ਕੋਈ। ਸੱਚੇ ਪਾਤਸ਼ਾਹ ਜੀ, ਆਪ ਜੀ ਤੋਂ ਬਗੈਰ ਹੋਰ ਕੋਈ ਦੂਜਾ ਹੈ ਨਹੀਂ। ਜਿਸ ਆਗੇ ਪਿਆਰੇ ਜਾਏ ਕਹਾ। ਹੇ ਪਿਆਰੇ, ਜਿਸ ਅੱਗੇ ਜਾ ਕਰਕੇ ਮੈਂ ਬੇਨਤੀ ਕਰਾਂ, ਪੁਕਾਰ ਕਰਾਂ, ਤੋ ਸਤਿਗੁਰੂ ਪਾਤਸ਼ਾਹ ਜੀ ਅਗਲੇ ਬੰਦ ਵਿੱਚ ਵੀ ਜਗਿਆਸੂ ਨੂੰ ਕਹਿੰਦੇ ਹਨ, ਰਹਾਉ ਸੇਵੀ ਸਾਹਿਬ ਆਪਣਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਜਗਿਆਸੂ, ਮੈਂ ਆਪਣੇ ਮਾਲਕ ਨੂੰ ਯਾਦ ਕਰਦਾ ਤੇ ਤੂੰ ਵੀ ਸੇਵੀ ਆਪਣੇ ਮਾਲਕ ਨੂੰ ਯਾਦ ਕਰ। ਕਿਉਂਕਿ ਆਪਣੇ ਮਾਲਕ ਨੂੰ ਯਾਦ ਕਰਾਂਗੇ, ਚੇਤੇ ਰੱਖਾਂਗੇ, ਤਾਂ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋਵੇਗਾ। ਸੇਵੀ ਸਾਹਿਬ ਆਪਣਾ, ਮੈਂ ਆਪਣੇ ਮਾਲਕ ਨੂੰ ਯਾਦ ਕਰਦਾ ਹਾਂ। ਐ ਜਗਿਆਸੂ, ਤੂੰ ਵੀ ਆਪਣੇ ਮਾਲਕ ਨੂੰ ਚੇਤੇ ਕਰ। ਅਵਰ ਨ ਜਾਂਚੋ ਕੋਏ। ਅਵਰ ਨ ਜਾਚੋ ਕੋਏ। ਸਤਿਗੁਰੂ ਜੀ ਕਹਿੰਦੇ, ਮੈਂ ਹੋਰ ਕਿਸੇ ਪਾਸੋਂ ਨਹੀਂ ਮੰਗਦਾ, ਨਾ ਹੀ ਕਿਸੇ ਪਾਸੋਂ ਮੰਗਣ ਦੀ ਕੋਈ ਇੱਛਾ ਹੈ। ਧੰਨ ਹਨ ਉਹ ਗੁਰੂ ਕੇ ਸਿੱਖ ਜਿਹੜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਹੋਰ ਕਿਸੇ ਪਾਸੋਂ ਨਹੀਂ ਮੰਗਦੇ। ਉਹ ਧੰਨਤਾ ਦੇ ਯੋਗ ਹਨ। ਭਾਈ ਮਨਸਾ ਸਿੰਘ ਵਰਗੇ, ਮਹਾਰਾਜਾ ਰਣਜੀਤ ਸਿੰਘ ਮੋਹਰਾਂ ਦੀ ਥਾਲੀ ਭਰ ਕੇ ਲੈ ਕੇ ਗਿਆ, ਜਾ ਕੇ ਬੇਨਤੀ ਕੀਤੀ, ਮਨਸਾ ਸਿੰਘ ਬੂਹਾ ਖੋਲ, ਮੈਨੂੰ ਪਤਾ ਲੱਗਾ ਤੂੰ ਹਰਮੰਦਰ ਸਾਹਿਬ ਜੀ ਦਾ ਹਜੂਰੀ ਰਾਗੀ ਆ, ਪਰ ਪਤਾ ਲੱਗਾ ਤੇਰੇ ਤੇ ਗਰੀਬੀ ਬੜੀ ਹੈ। ਭਾਈ ਸਾਹਿਬ ਨੇ ਬੂਹਾ ਨਹੀਂ ਖੋਲਿਆ। ਜਦੋਂ ਗੁਰੂ ਰਾਮਦਾਸ ਜੀ ਦਾ ਵਾਸਤਾ ਪਾਇਆ, ਬੂਹਾ ਖੋਲਿਆ ਤੇ ਭਾਈ ਸਾਹਿਬ ਜੀ ਨੇ ਕਿਹਾ, ਮੈਨੂੰ ਮੋਹਰਾਂ ਦੀ ਲੋੜ ਨਹੀਂ, ਮੈਂ ਗੁਰੂ ਰਾਮਦਾਸ ਜੀ ਦੇ ਦਰ ਦਾ ਮੰਗਤਾ ਹਾਂ, ਜਦੋਂ ਮੈਨੂੰ ਲੋੜ ਪਵੇਗੀ ਮੈਂ ਉਹਦੇ ਦਰ ਤੋਂ ਮੰਗ ਲਵਾਂ। ਸਤਿਗੁਰੂ ਜੀ ਕਹਿੰਦੇ, ਹੇ ਜਗਿਆਸੂ, ਆਪਣੇ ਮਾਲਕ ਨੂੰ ਚੇਤੇ ਕਰ, ਹੋਰ ਕਿਸੇ ਪਾਸੋਂ ਮੈਂ ਮੰਗਦਾ ਨਹੀਂ ਤੇ ਤੂੰ ਵੀ ਕਿਸੇ ਪਾਸੋਂ ਨਾ ਮੰਗਿਆ ਕਰ। ਨਾਨਕ ਤਾ ਕਾ ਦਾਸ ਹੈ। ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਦਾਸ ਨਾਨਕ ਉਹਨਾਂ ਦਾ ਦਾਸ ਹੈ। ਬਿੰਦ ਬਿੰਦ ਚੁਖ ਚੁਖ ਹੋਏ। ਇਹਨਾਂ ਦਾ ਦਾਸ ਹੈ? ਸਤਿਗੁਰੂ ਜੀ ਕਹਿੰਦੇ, ਜਿਹੜੇ ਆਪਣੇ ਮਾਲਕ ਨੂੰ ਚੇਤੇ ਰੱਖਦੇ ਨੇ ਤੇ ਆਪਣੇ ਮਾਲਕ ਤੋਂ ਬਗੈਰ ਹੋਰ ਦੂਜੇ ਗਾੜੀ ਹੱਥ ਨਹੀਂ ਅੱਡਦੇ। ਮੈਂ ਉਹਨਾਂ ਤੋਂ ਖਿਨ ਖਿਨ ਕਾਲ ਵਿੱਚ ਟੁਕੜੇ ਟੁਕੜੇ ਸਦਾ ਵਾਸਤੇ ਕੁਰਬਾਨ ਹੁੰਦਾ ਹਾਂ। ਸਾਹਿਬ ਤੇਰੇ ਨਾਮ ਵਿਟੋ ਹਾਂ। ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਮਾਲਕ, ਤੇਰੇ ਨਾਮ ਤੋਂ ਬਿੰਦ ਬਿੰਦ ਚੁਖ ਚੁਖ ਹੋਏ। ਮਹਾਰਾਜ, ਤੇਰੇ ਨਾਮ ਤੋਂ ਮੈਂ ਬਿੰਦ ਬਿੰਦ ਖਿਨ ਖਿਨ ਕਾਲ ਵਿੱਚ ਟੁਕੜੇ ਟੁਕੜੇ ਹੋ ਜਾਂਦਾ ਹਾਂ, ਸਦਾ ਹੀ ਤੇਰੇ ਤੋਂ ਕੁਰਬਾਨ ਜਾਂਦਾ ਹਾਂ। ਸਾਹਿਬ ਤੇਰੇ ਨਾਮ ਵਿਟੋ ਹਾਂ।
ਬਿੰਦ ਬਿੰਦ ਚੋਖ ਚੋਖ ਹੋਏ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ